ਹੈਲੋ, ਨਮਸਕਾਰ, ਸਤਿ ਸ਼੍ਰੀ ਅਕਾਲ। ਅੱਜ ਦਾ ਆਪਣਾ ਟੌਪਿਕ ਹੈਗਾ 11th ਫਿਜ਼ਿਕਸ ਯੂਨਿਟ 2 ਪ੍ਰੋਜੈਕਟਾਈਲ ਫਾਇਰਡ ਪੈਰਲਲ ਟੂ ਹੋਰੀਜ਼ੋਨਟਲ। ਸੋ ਇਹ ਤੋਂ ਪਹਿਲਾਂ ਅਸੀਂ ਪ੍ਰੋਜੈਕਟਾਈਲ ਦੇ ਬਾਰੇ ਫਿਰ ਜਾਣਕਾਰੀ ਲੈ ਲਈਏ ਕਿ ਪ੍ਰੋਜੈਕਟਾਈਲ ਹੁੰਦਾ ਕੀ ਆ। ਪ੍ਰੋਜੈਕਟਾਈਲ ਕੋਈ ਓਬਜੈਕਟ ਆ ਜਿਹਨੂੰ ਅਸੀਂ ਹਵਾ ਦੇ ਵਿੱਚ ਉਛਾਲ ਦਿੱਤਾ ਹੈਗਾ, ਜਿਹੜਾ ਕਿ ਸਿਰਫ ਅਤੇ ਸਿਰਫ ਧਰਤੀ ਦੇ ਗੁਰਤਾਕਰਸ਼ਣੀ ਪ੍ਰਵੇਗ ਦੇ ਪ੍ਰਭਾਵ ਦੇ ਹੇਠਾਂ ਹੀ ਜਿਹੜਾ ਹੈਗਾ ਕੰਮ ਕਰਦਾ ਹੈਗਾ ਅਤੇ ਉੱਤੇ ਹੋਰ ਕੋਈ ਫੋਰਸ ਐਕਟ ਨਹੀਂ ਕਰਦਾ ਹੈਗਾ। ਇਹੋ ਜਿਹੀ ਵਸਤੂ ਨੂੰ ਅਸੀਂ ਪ੍ਰੋਜੈਕਟਾਈਲ ਕਹਿੰਦੇ ਹਾਂ, ਪ੍ਰਖੇਪਕ ਕਹਿੰਦੇ ਹਾਂ। ਸੋ ਇਹਨੂੰ ਇੰਗਲਿਸ਼ 'ਚ ਬੋਲੀਏ ਤਾਂ ਐਨੀ ਓਬਜੈਕਟ ਪ੍ਰੋਜੈਕਟਡ ਇਨਟੂ ਸਪੇਸ ਔਰ ਏਅਰ ਸੱਚ ਦੈਟ ਇਟ ਮੂਵਜ਼ ਅੰਡਰ ਦਾ ਇਫੈਕਟ ਆਫ ਗ੍ਰੈਵਿਟੀ ਅਲੋਨ ਇਜ਼ ਕਾਲਡ ਪ੍ਰੋਜੈਕਟਾਈਲ। ਅਤੇ ਜਿਹੜਾ ਰਸਤੇ 'ਤੇ ਇਹ ਚੱਲਦਾ ਵਾ ਉਸ ਰਸਤੇ ਨੂੰ ਅਸੀਂ ਉਹਦੀ ਟਰਜੈਕਟਰੀ ਕਹਿੰਦੇ ਹਾਂ। ਸੋ ਟਰਜੈਕਟਰੀ ਮਤਲਬ ਜਿਸ ਰਸਤੇ 'ਤੇ ਉਹ ਚੱਲੂਗਾ। ਸੋ ਦਾ ਪਾਥ ਫੋਲੋਡ ਬਾਏ ਦਾ ਪ੍ਰੋਜੈਕਟਾਈਲ ਇਜ਼ ਕਾਲਡ ਇਟਸ ਟਰਜੈਕਟਰੀ। ਜਦੋਂ ਅਸੀਂ ਕੋਈ ਗੇਂਦ ਸੁੱਟਦੇ ਹਾਂ, ਜਿੱਦਾਂ ਕ੍ਰਿਕਟ ਆਪਾਂ ਦੇਖਦੇ ਹਾਂ, ਬਾਊਂਡਰੀ 'ਤੇ ਚੌਕਾ ਮਾਰਿਆ, ਛਿੱਕਾ ਮਾਰਿਆ, ਅਤੇ ਉਹ ਜਿਹੜਾ ਚੌਕਾ ਜਾਂ ਛਿੱਕਾ ਵੱਜਦਾ ਹੈਗਾ, ਛਿੱਕਾ ਪਰਟੀਕੂਲਰ ਸਿਕਸਰ ਜਿਹੜਾ ਹੈਗਾ, ਅਤੇ ਉਦੋਂ ਬੈਟ ਤੋਂ ਜਿਹੜੀ ਗੇਂਦ ਉਛਲ ਕੇ ਹਵਾ 'ਚ ਜਾ ਕੇ ਬਾਊਂਡਰੀ 'ਤੇ ਥੱਲੇ ਡਿੱਗਦੀ ਆ, ਉਹ ਇੱਕ ਤਰ੍ਹਾਂ ਦਾ ਪ੍ਰੋਜੈਕਟਾਈਲ ਦਾ ਕੰਮ ਕਰਦੀ ਆ। ਉਹ ਪ੍ਰੋਜੈਕਟਾਈਲ ਆ ਉਸ ਵੇਲੇ। ਸੋ ਇੱਦਾਂ ਹੀ ਅਸੀਂ ਜਦੋਂ ਜੈਵਲਿਨ ਥਰੋ ਕਰਦੇ ਹਾਂ, ਅਸੀਂ ਜਿਹੜੇ ਗੋਲੇ 'ਤੇ ਜਿਹੜੇ ਇੱਕ ਲੰਬੇ ਜਿਹੇ ਡੰਡੇ ਵਾਲਾ ਨੇਜਾ ਜਿਹਨੂੰ ਕਹਿੰਦੇ ਹਾਂ, ਉਹ ਥਰੋ ਕਰਦੇ ਹਾਂ। ਸੋ ਉਦੋਂ ਵੀ ਅਸੀਂ ਜਿਹੜਾ ਹੈਗਾ ਪ੍ਰੋਜੈਕਟਾਈਲ ਦਾ ਜਿਹੜਾ ਯੂਜ਼ ਕਰਦੇ ਹਾਂ। ਸੋ ਉਹ ਵੀ ਪ੍ਰੋਜੈਕਟਾਈਲ ਹੀ ਹੁੰਦੇ ਆ। ਅਸੀਂ ਇੱਥੇ ਮੰਨ ਕੇ ਚੱਲਦੇ ਹਾਂ ਕਿ ਜਿਹੜੀ ਹਵਾ ਦੀ ਰੁਕਾਵਟ ਆ ਉਹ ਸਾਡੇ ਪ੍ਰੋਜੈਕਟਾਈਲ 'ਤੇ ਕੋਈ ਅਸਰ ਨਹੀਂ ਪਾ ਰਹੀ ਹੈਗੀ। ਹੁਣ ਇੱਥੇ ਅਸੀਂ ਜਿਹੜਾ ਕੰਮ ਕਰਨ ਲੱਗੇ ਹਾਂ ਹੈਗਾ ਪ੍ਰੋਜੈਕਟਾਈਲ ਫਾਇਰਡ ਪੈਰਲਲ ਟੂ ਹੋਰੀਜ਼ੋਨਟਲ। ਸੋ ਅਸੀਂ ਜਿੱਦਾਂ ਮੰਨ ਲਓ ਕਿ ਇੱਕ ਹੋਰੀਜ਼ੋਨਟਲ ਤੋਂ ਭਾਵ ਹੁੰਦਾ ਵਾ ਜ਼ਮੀਨ ਦੇ ਪੈਰਲਲ, ਜਿੱਦਾਂ ਮੇਜ਼ ਆ, ਕਾਗਜ਼ ਆ, ਇਹਦੇ ਪੈਰਲਲ। ਸੋ ਦਿਸ ਇਜ਼ ਹੋਰੀਜ਼ੋਨਟਲ। ਇਹਦੇ ਇੱਦਾਂ ਜਿਹੜਾ ਹੈਗਾ ਇਹ ਹੋਰੀਜ਼ੋਨਟਲ ਆ। ਮਤਲਬ ਜਦੋਂ ਤੁਸੀਂ ਆਰਾਮ ਨਾਲ ਖੜ੍ਹੇ ਹੋ, ਸਾਹਮਣੇ ਦੇਖਦੇ ਪਏ ਹੋ, ਤਾਂ ਤੁਹਾਡੀਆਂ ਅੱਖਾਂ ਨੂੰ ਜੋ ਸਾਹਮਣੇ ਸੇਧ ਵਿੱਚ ਅੱਖਾਂ ਉੱਪਰ ਥੱਲੇ ਨਹੀਂ ਕਰਨੀ, ਗਰਦਨ ਉੱਪਰ ਥੱਲੇ ਨਹੀਂ ਕਰਨੀ, ਤਾਂ ਸੇਧ ਵਿੱਚ ਜੋ ਤੁਹਾਨੂੰ ਸਾਹਮਣੇ ਨਜ਼ਰ ਆ ਰਿਹਾ ਉਹ ਹੋਰੀਜ਼ੋਨਟਲ ਹੁੰਦਾ। ਉਹਦਾ ਨਾਮ ਅਸੀਂ ਹੋਰੀਜ਼ੋਨ ਹੀ ਰੱਖਿਆ ਹੋਇਆ ਆ। ਜਦੋਂ ਦੂਰ ਸਾਹਮਣੇ ਦੇਖਦੇ ਹਾਂ ਉਹਨੂੰ ਹੋਰੀਜ਼ੋਨ ਕਹਿੰਦੇ ਆ। ਤਾਂ ਹੋਰੀਜ਼ੋਨਟਲ ਤੋਂ ਭਾਵ ਮਤਲਬ ਜ਼ਮੀਨ ਦੇ ਪੈਰਲਲ। ਸੋ ਇਹ ਹੋਰੀਜ਼ੋਨਟਲ ਹੋ ਗਿਆ। ਮਤਲਬ ਸਾਹਮਣੇ ਸਿੱਧਾ ਹੀ ਸੁੱਟਣਾ, ਇੱਦਾਂ ਥਰੋ ਕਰਨਾ, ਇਸ ਡਾਇਰੈਕਸ਼ਨ 'ਚ ਥਰੋ ਕਰਨਾ, ਸਾਹਮਣੇ ਨੂੰ ਸੁੱਟਣਾ, ਉੱਪਰ ਨੂੰ ਨਹੀਂ ਸੁੱਟਣਾ। ਸੋ ਸਾਹਮਣੇ ਨੂੰ ਮੀਨਸ ਹੋਰੀਜ਼ੋਨਟਲੀ, ਪੈਰਲਲ ਟੂ ਹੋਰੀਜ਼ੋਨਟਲ। ਸੋ ਹੋਰੀਜ਼ੋਨਟਲ ਦਾ ਮਤਲਬ ਹੁਣ ਕਲੀਅਰ ਹੋ ਗਿਆ ਹੋਣਾ। ਸੋ ਆਪਾਂ ਜਿਹੜਾ ਹੈਗਾ ਧਰਤੀ ਦੇ ਜਿਹੜੀ ਜ਼ਮੀਨ 'ਤੇ ਆਪਾਂ ਖੜ੍ਹੇ ਹਾਂ ਉਹਦੇ ਸਾਹਮਣੇ, ਉਹਦੀ ਸੇਧ ਵਿੱਚ। ਸੋ ਇਨ ਦਿਸ ਡਾਇਰੈਕਸ਼ਨ, ਸੋ ਪੈਰਲਲ। ਸੋ ਆਹ ਤੁਹਾਡੀ ਜ਼ਮੀਨ ਆ, ਸੋ ਇਹਦੇ ਪੈਰਲਲ। ਇੱਦਾਂ ਨਹੀਂ, ਉੱਪਰ ਨੂੰ ਨਹੀਂ ਸੁੱਟਿਆ, ਇੱਦਾਂ ਨਹੀਂ ਸੁੱਟਿਆ। ਸੋ ਨੋਟ ਲਾਈਕ ਦਿਸ, ਉੱਪਰ ਨੂੰ ਨਹੀਂ। ਸੋ ਪੈਰਲਲ ਟੂ ਦਿਸ, ਸੋ ਇੱਧਰ ਨੂੰ। ਜਦੋਂ ਸੇਧ ਵਿੱਚ ਆਪਾਂ ਜਦੋਂ ਨਿਸ਼ਾਨਾ ਲਾਉਂਦੇ ਹਾਂ, ਇੱਥੇ ਟਾਰਗੇਟ ਹੈ ਕੋਈ, ਅਸੀਂ ਇੱਥੇ ਉਹ ਗੋਲੇ ਬਿੰਦੀਆਂ ਜਿਹੀਆਂ ਲੱਗੀਆਂ ਹੁੰਦੀਆਂ, ਚੱਕਰ ਜਿਹੇ ਬਣੇ ਹੁੰਦੇ, ਤਾਂ ਗੋਲੀ ਚਲਾ ਕੇ ਨਿਸ਼ਾਨਾ ਲਾਉਣਾ ਹੁੰਦਾ। ਸੋ ਇੱਥੇ ਆਪਾਂ ਫਿਰ ਸਾਡੀ ਕੋਸ਼ਿਸ਼ ਹੁੰਦੀ ਕਿ ਅਸੀਂ ਸੇਧ ਬਣਾ ਕੇ ਇੱਥੇ ਨਿਸ਼ਾਨਾ ਲਾਈਏ। ਸੋ ਦਿਸ ਟਾਈਪ ਆਫ ਕਿ ਵੀ ਸੇਧ ਵਿੱਚ ਅਸੀਂ ਬਣਾਉਣਾ ਚਾਹੁੰਦੇ ਹਾਂ ਬੇਸਿਕਲੀ, ਜਿਹਨੂੰ ਅਸੀਂ ਸੇਧ ਵਿੱਚ ਸਮਝਦੇ ਹਾਂ, ਸਾਹਮਣੇ ਅੱਖਾਂ ਦੀ ਸੇਧ ਵਿੱਚ। ਸੋ ਸਮਝ ਲੱਗ ਗਿਆ ਹੋਣਾ। ਸੋ ਪ੍ਰੋਜੈਕਟਾਈਲ ਫਾਇਰਡ ਪੈਰਲਲ ਟੂ ਹੋਰੀਜ਼ੋਨਟਲ। ਸੋ ਹੋਰੀਜ਼ੋਨਟਲ ਦੇ ਸਮਾਂਤਰ ਅਸੀਂ ਇੱਕ ਪ੍ਰੋਜੈਕਟਾਈਲ ਨੂੰ ਫਾਇਰ ਕੀਤਾ ਜਾਂ ਉਹਨੂੰ ਪ੍ਰੋਜੈਕਟ ਕੀਤਾ। ਫਾਇਰਡ ਮਤਲਬ ਉਹਨੂੰ ਸੁੱਟਿਆ ਹੈ ਬੇਸਿਕਲੀ। ਇੱਥੇ ਫਾਇਰਡ ਦਾ ਭਾਵ ਇਹ ਆ ਕਿ ਉਹਨੂੰ ਚੁੱਕ ਗਿਆ, ਸਾਹਮਣੇ ਸੁੱਟਿਆ ਗਿਆ। ਸੋ ਇਹਦੇ ਬਾਰੇ ਅਸੀਂ ਹਿਸਾਬ ਲੈਣਾ ਹੈਗਾ। ਸੋ ਲੈਟ ਅਸ ਕੰਸੀਡਰ ਇਹ ਸਿਚੁਏਸ਼ਨ ਆਪਾਂ ਐਕਸ ਐਕਸਿਸ ਦੇ ਹਿਸਾਬ ਨਾਲ ਹੀ ਕਰਨਾ, ਕਿਉਂਕਿ ਮੈਥਮੈਟਿਕਸ ਵਿੱਚ ਐਕਸ ਐਕਸਿਸ ਵਾਈ ਐਕਸਿਸ ਲੈਣੇ ਪੈਂਦੇ ਆ। ਹੁਣ ਮੰਨ ਲੈਂਦੇ ਹਾਂ ਕਿ ਅਸੀਂ ਇੱਕ ਉਚਾਈ 'ਤੇ ਖੜ੍ਹੇ ਹਾਂ, ਮੰਨ ਲਓ ਕਿ ਇੱਕ ਟਾਵਰ 'ਤੇ ਖੜ੍ਹੇ ਹਾਂ ਜਾਂ ਆਪਾਂ ਆਪਣੇ ਘਰ ਦੀ ਛੱਤ 'ਤੇ ਖੜ੍ਹੇ ਹਾਂ। ਸੋ ਦਿਸ ਇਜ਼ ਯੂਅਰ ਬਿਲਡਿੰਗ। ਸੋ ਆਹ ਬਿਲਡਿੰਗ ਆ ਕੋਈ। ਸੋ ਬਿਲਡਿੰਗ ਦੇ ਵਿੱਚ ਤੁਸੀਂ ਇੱਥੇ ਬਿਲਕੁਲ ਇਹਦੀ ਟੌਪ 'ਤੇ ਖੜ੍ਹੇ ਹੋ, ਆਹ ਜਗ੍ਹਾ 'ਤੇ, ਅਤੇ ਇੱਥੇ ਸਾਹਮਣੇ ਤੁਸੀਂ ਇੱਥੋਂ ਜਿਹੜੀ ਚੀਜ਼ ਆ ਉਹਨੂੰ ਇੱਦਾਂ ਥਰੋ ਕੀਤਾ, ਇੱਥੋਂ ਥਰੋ ਕੀਤਾ ਇਨ ਦਿਸ ਡਾਇਰੈਕਸ਼ਨ। ਇਹ ਤੁਹਾਡੀ ਐਕਸ ਡਾਇਰੈਕਸ਼ਨ ਆ। ਮਤਲਬ ਐਕਸ ਡਾਇਰੈਕਸ਼ਨ ਵਿੱਚ ਤੁਸੀਂ ਉਹਨੂੰ ਚੀਜ਼ ਨੂੰ ਸੁੱਟਣ ਦੀ ਕੋਸ਼ਿਸ਼ ਕੀਤੀ, ਓਬਜੈਕਟ ਨੂੰ। ਅਤੇ ਓਬਜੈਕਟ ਅਸਲ ਵਿੱਚ ਕੀ ਕਰੂਗਾ, ਜੇ ਤੁਸੀਂ ਛੱਤ 'ਤੇ ਚੜ੍ਹੇ ਹੋਏ ਆ ਅਤੇ ਛੱਤ 'ਤੇ ਚੜ੍ਹ ਕੇ ਇਹਨੂੰ ਓਰੀਜਨ ਮੰਨਦੇ ਪਏ ਆ, ਤਾਂ ਫਿਰ ਇਹਦਾ ਮਤਲਬ ਥੱਲੇ ਨੂੰ ਤੁਹਾਡਾ ਨੈਗੇਟਿਵ ਹੋ ਗਿਆ ਫਿਰ। ਸੋ ਡਾਊਨਵਰਡ ਇਟ ਵਿਲ ਬਿਕਮ ਨੈਗੇਟਿਵ। ਸੋ ਇਹ ਜਿਹੜੀ ਤੁਹਾਡੀ ਵਾਈ ਐਕਸਿਸ ਆ ਉਹ ਵਾਈ ਡੈਸ਼ ਹੋ ਗਈ ਫਿਰ। ਸੋ ਇਹ ਗੱਲ ਦਾ ਧਿਆਨ ਰੱਖਣਾ ਕਿ ਤੁਸੀਂ ਤੁਹਾਡੀ ਸੇਧ ਸਾਹਮਣੇ ਨੂੰ ਹੋ ਗਿਆ। ਤੁਸੀਂ ਇੱਥੇ ਮੰਨ ਲਓ ਕਿਸੇ ਟਾਵਰ 'ਤੇ, ਕਿਸੇ ਬਿਲਡਿੰਗ ਦੀ ਹਾਈਟ 'ਤੇ ਖੜ੍ਹੇ ਸੀਗੇ, ਇੱਥੋਂ ਤੁਸੀਂ ਸਾਹਮਣੇ ਕੋਈ ਚੀਜ਼ ਸੁੱਟੀ ਆ ਬਨੇਰੇ 'ਤੇ ਖੜ੍ਹ ਕੇ,
कोई चीज़ सामने थ्रो की आ बड़ी जोर की, मान लो कोई बंदूक ही आ सेहत में इदा गोली चलाती आ, ਜਾਂ कोई ਤੁਹਾਡੇ कोई चीज़ फड़ी सी ਉਹਨੂੰ बिल्कुल सामने आ सेहत में सुट्टन की कोशिश करते हो तो असल में होऊगा की होना यह आ कि वो चीज़ ने अगे जाते जाते जिदा ही उन्होंने तुसीं थ्रो करना नाल ही उन्हें थल्ले डिगना शुरू हो जाना आ, इट विल स्टार्ट फॉलिंग डाउन। सो ये जी चीज़ हैगी बेसिकली ये इदा ये रस्ता फॉलो करती हुई थल्ले डिग जूगी। सो आह वाला रस्ता सो अगे भी जाई जाऊगी, अगे नूं भी जाई जाऊगी तो थल्ले नूं भी डिग्गी जाऊगी। सो असल में प्रैक्टिकली इदा होगा, तुसीं वो चीज़ नूं इधर नूं सुट्टन की कोशिश की, तुसीं उहनूं इस विलोसिटी मान लो यू विलोसिटी दे नाल जिहड़ा हैगा उहनूं अगे सुट्टन की कोशिश की तो वो बिल्कुल सेहत च नहीं जाई जाऊगी, फिर तो कदे डिगेगी नहीं, फिर तो हमेशा ही सीधी जाई जाऊगी। तो क्योंकि धरती की खिच हैगी आ, धरती हर एक चीज़ नूं थल्ले खिच्चदी आ, जिद्दां ही तुसीं इहनूं छड्ड दित्ता उदां ही धरती ने इहनूं थल्ले नूं खिच्चना शुरू करता। ये अगे भी वध रही है, थल्ले भी डिग रही है, अगे भी वध रही है, थल्ले भी डिग रही है, अगे भी वध रही है, थल्ले भी डिग रही आ। तो करते करते ये बॉडी जिहड़ी हैगी आ मान लो कि आह वाले पॉइंट पी ते पहुँच गई, जो टाइम टी होया होगा, टी टाइम इत्थे मान लो टाइम 0 लै लैंदे आपां, 0 टाइम ते असीं इहनूं थ्रो कीता ओरिजन तो, तो इत्थे ध्यान रखना कि एक्स पॉजिटिव है तो वाई नैगेटिव है, थल्ले नूं आ सो नैगेटिव वाई, सो नैगेटिव वाई है इधरले पासे थल्ले नूं आ ना, इसलिए नैगेटिव आ, आपां नैगेटिव जो आपां सोचते हैं उहदे हिसाब नाल ही आपां करांगे। सो इत्थे टाइम की वैल्यू टी हो चुकी आ वाले पॉइंट पी ते। ਇਹਦਾ मतलब जे मैं ये कोआर्डीनेट लिखूँगा तो ये एक्स डायरैक्शन में अगे बढ़ चुका इत्थे तक, जे आप इनू हिसाब लाइए तो इन्नी दूर एक्स जा चुका तो वाई किन्ना थल्ले नूं मान लो कि वाई माइनस वाई थल्ले नूं आ चुका। सो इत्थों तुसीं देख सकते हो कि डाउनवर्ड ये किन्ना आया क्योंकि थल्ले नूं आया, सो देयरफॉर इनू मैं माइनस वाई लिखूँगा, ये जे कोआर्डीनेट मैं सही ढंग नाल लिखने आ। तो टाइम जिहड़ा हैगा टी बीतिया सीगा, टी बीतदे जो टी टाइम बीत चुका उस वेले उहदे कोआर्डीनेट एक्स ते माइनस वाई हो चुके आ। सो इनू तुसीं इदां भी सोच सकते हो कि इत्थों लैके इत्थे तक जिहड़ी डिस्टेंस है वो एक्स आ, तो जिहड़ा इत्थों लैके इत्थे तक डिस्टेंस है वो माइनस वाई आ। सो दिस इज़ माइनस वाई, दिस इज़ एक्स। सो अदरवाइज भी इत्थों आ लै लो आ एक्स आ तो इधरों ऐ नूं आए माइनस वाई, क्योंकि डाउनवर्ड डायरैक्शन हैगी आ। सो ये गल आपां नूं समझ लग गई होनी आ। इस तो बाद असीं इत्थे कीता की सी, असीं यू स्पीड दे नाल ये वाली बॉडी नूं सामनी डायरैक्शन विच होरिजोनटल डायरैक्शन विच ही थ्रो कीता सी। असीं ना उहनूं उप्पर सुੱਟਿਆ सी, ना असीं उहनूं थल्ले सुੱਟਿਆ सी। असीं चुक के थल्ले भी नहीं मारिया, असीं चुक के उप्पर भी नहीं मारिया, असीं उहनूं इदां टेढ़े भी ओबलीक भी नहीं सुੱਟਿਆ, इदां भी नहीं उछालिया भी वो इदां जावे, असीं सीधा उहनूं सामने थ्रो कीता। सो दिस इज़ पैरलल टू होरिजोनटल। सो असीं इदां मोशन कीती आ, आपां खुद जिहड़ा काम कीता वो आ कीता कि बॉडी नूं सामने सुੱਟਣ ਦੀ कोशिश कीती आ ते यू स्पीड ते उस तो बाद ये इस तरह जिहड़ी आ वो हौली हौली करदी हुई उहदा रस्ता ये सीगा ते वो डिगदी गई। सो इहदे विच की काम होया, एक तां बॉडी अगे नूं वधी इन दिस डायरैक्शन एक्स डायरैक्शन, एक वो थल्ले नूं आई वाई डायरैक्शन, मतलब दो मोशन हुई, एक एक्स डायरैक्शन विच हुई, एक वाई डायरैक्शन विच हुई। सो इत्थे हुण जिद्दां आपां कहा सी जदों मोशन जिहड़ी हुंदी आ प्लेन विच हुंदी आ तो उत्थे फिर असीं की करदे आ, असीं एक्स कंपोनेंट ते वाई कंपोनेंट जिहड़े आ वो लै लैंदे हुंदे आ। फिर असीं हुण इत्थे रफली इत्थे आपां इक्वेशनस लिख लैंदे आ, वी इज़ इक्वल टू यू प्लस ए टी, ये रफली आप साइड पर लिख लें ताकि सानू समझ लगे असीं करना की आ। एंड एस इज़ इक्वल टू यू टी प्लस हाफ ए टी स्केयर एंड वी स्केयर इज़ इक्वल टू यू स्केयर प्लस 2as। सो ये वाली तीन इक्वेशनस आ जिन्होंने असीं यूज़ करना आ। जदों इत्थे असीं एक्स लिखना, इत्थे एक्स लिख दो, इत्थे एक्स लिख दो, इत्थे एक्स लिख दो, एंड मैं फॉर कन्वीनियंस की लिखन लगा वां, चलो मैं एक्स लिख दिंदा, एक्स 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 तो वाई लिखना वाई लिख दिओ, एस की थां ते आपां एस एक्स लिख सकते हैं जां सीधा ही एक्स लिख सकते हैं, फिर क्योंकि एक्स सानू पता असीं एक्स ही लैने हुंदे आ, एक्स ये पैर च भी एक्स आजू, इत्थे भी एक्स आजू, फिर बी एक्स यू एक्स ए एक्स एस एक्स एक्स एस एक्स की थां ते असीं कल्ला एक्स लिखते पे हाँ। फिर जिथे जिथे असीं एक्स लिखा उत्थे उत्थे असीं वाई लिख दांगे। सो जदों असीं आ वाली मोशन की सारा हिसाब लावांगे तो असीं सारे एक्स एक्स लवांगे, जदों असीं आ वाली मोशन थल्ले नूं की होया उहदा हिसाब लावांगे उदों असीं सारे किते वाई वाई लिख लवांगे। सो दिस इज़ रफ साइड यू कैन से रफली आपां एक साइड ते इक्वेशनस लिख के रख लईआं कि असीं असल च करन की लगे हाँ।
ਹੁਣ ਅਸੀਂ ਇੱਥੇ ਕੀ ਕਰਾਂਗੇ, ਅਸੀਂ ਇੱਥੇ ਸਾਰੀ ਗੱਲਬਾਤ ਨੂੰ ਦੱਸਾਂਗੇ। ਜਾਂ ਤਾਂ ਪਹਿਲਾਂ ਅਸੀਂ ਸਮਝ ਲਿਆ ਕਿ ਹੋਇਆ ਕੀ, ਕਿ ਵੀ ਇੱਕ ਅਸੀਂ ਕੋਈ ਬੋਡੀ ਆ ਉਹਨੂੰ ਅਸੀਂ ਹੋਰੀਜੋਨਟਲੀ ਫਾਇਰ ਕੀਤਾ ਹੈਗਾ। ਜਦੋਂ ਅਸੀਂ ਉਹਨੂੰ ਹੋਰੀਜੋਨਟਲੀ ਫਾਇਰ ਕਰਦੇ ਹਾਂ ਕਿਸੇ ਟੌਪ ਬਿਲਡਿੰਗ ਤੋਂ, ਤਾਂ ਉਹਦੀ ਜਿਹੜੀ ਪਾਥ ਹੈਗਾ ਵਾ OP, ਇਹਦਾ ਹੋਰ ਨਾਂ ਰੱਖ ਲਓ OPQ। ਸੋ ਇਟ ਵਿਲ ਐਕਚੁਅਲੀ ਜਿਹੜਾ ਫਾਲ ਕਰੇਗੀ OPQ ਪਾਥ ਫੋਲੋ ਕਰਦੇ ਹੋਏ ਡਿੱਗੂਗੀ ਇਹ ਜ਼ਮੀਨ। ਮੰਨ ਲਓ ਇੱਥੇ ਆਪਾਂ ਜ਼ਮੀਨ 'ਤੇ ਪਹੁੰਚ ਗਏ, Q ਪੁਆਇੰਟ ਜ਼ਮੀਨ 'ਤੇ ਆ ਮੰਨ ਲਓ। ਸੋ ਦਿਸ ਇਜ਼ ਗਰਾਊਂਡ। ਸੋ ਆਹ ਗਰਾਊਂਡ ਆ, ਜ਼ਮੀਨ ਆ। ਸੋ ਛੱਤ ਤੋਂ ਸੁੱਟਿਆ ਅਤੇ ਜ਼ਮੀਨ 'ਤੇ ਜਾ ਕੇ ਡਿੱਗ ਪਿਆ। ਸੋ ਇਹ Q ਪੁਆਇੰਟ ਜਿਹੜਾ ਹੈਗਾ ਉਹ ਜ਼ਮੀਨ ਹੈਗਾ। ਸੋ OPQ ਰਸਤੇ 'ਤੇ ਉਹ ਬੋਡੀ ਜਿਹੜੀ ਆ ਉਹ ਡਿੱਗੂਗੀ। ਐਟ ਐਨੀ ਟਾਈਮ T ਬੋਡੀ P ਪੁਆਇੰਟ 'ਤੇ ਪਹੁੰਚੀ ਸੀ, ਉਸ ਵੇਲੇ ਉਹਦੇ ਕੋਆਰਡੀਨੇਟਸ X ਐਂਡ -Y ਹੋ ਗਏ ਸੀ। ਸੋ ਇਹ ਵਾਲੀ ਗੱਲ ਆਪਾਂ ਜਿਹੜੀ ਆ ਇੱਥੇ ਕੰਸੀਡਰ ਕੀਤੀ ਆ। ਇਹ ਹੁਣ ਜਿਹੜੇ XY ਅਸੀਂ ਨੈਗੇਟਿਵ ਲਏ, ਪੋਜ਼ੀਟਿਵ ਲਏ, ਕਿੱਦਾਂ ਲੈਣੇ ਆ, ਡਿਸਪਲੇਸਮੈਂਟ ਪੋਜ਼ੀਟਿਵ ਨੈਗੇਟਿਵ ਕਿੱਦਾਂ ਹੋਣੀ ਆ, ਉਹ ਸਾਰੀ ਗੱਲਬਾਤ ਲਈ ਇੱਕ ਅਲੱਗ ਵੀਡੀਓ ਅਸੀਂ ਬਣਾ ਚੁੱਕੇ ਹਾਂ, ਜਿਹਦੇ 'ਚ ਅਸੀਂ ਦੱਸਿਆ ਸੀਗਾ ਕਿ ਵੀ ਅਸੀਂ ਜਦੋਂ ਇਹ 3 ਇਕੁਏਸ਼ਨਸ ਯੂਜ਼ ਕਰਦੇ ਹਾਂ, XV=U ਪਲੱਸ ਇਹ ਵਾਲੀਆਂ 3 ਇਕੁਏਸ਼ਨਸ ਯੂਜ਼ ਕਰਦੇ ਹਾਂ, ਤਾਂ ਉਦੋਂ ਨੈਗੇਟਿਵ ਪੋਜ਼ੀਟਿਵ ਕਿੱਦਾਂ ਲੈਣੇ ਹੈਗੇ ਆ, ਉਹਦਾ ਇੱਕ ਅਲੱਗ ਵੀਡੀਓ ਬਣਿਆ ਹੋਇਆ ਸਾਈਨ ਕਨਵੈਨਸ਼ਨ ਦੇ ਹਿਸਾਬ ਨਾਲ। ਸੋ ਤੁਸੀਂ ਦੇਖ ਸਕਦੇ ਹੋ ਇੱਥੇ ਹੀ। ਸੋ ਹੁਣ ਅਸੀਂ ਦੇਖਦੇ ਹਾਂ ਕਿ ਵੀ ਅਸਲ ਵਿੱਚ ਕੀ ਹੋਇਆ, ਹਿਸਾਬ ਕਿਤਾਬ ਕਿੱਦਾਂ ਲੱਗਣਾ ਆ। ਸੋ ਇਹਦੇ ਵਿੱਚ ਦੋ ਗੱਲਾਂ ਹੋ ਰਹੀਆਂ, ਇੱਕ X ਡਾਇਰੈਕਸ਼ਨ 'ਚ ਹੋ ਰਹੀ, ਇੱਕ Y ਡਾਇਰੈਕਸ਼ਨ। ਸੋ ਲੈਟ ਅਸ ਰਾਈਟ ਦਿਸ X ਐਕਸਿਸ ਐਂਡ ਰਾਈਟ Y ਐਕਸਿਸ। ਸੋ X ਐਕਸਿਸ 'ਚ ਕੀ ਹੋ ਰਿਹਾ ਅਤੇ Y ਐਕਸਿਸ 'ਚ ਕੀ ਹੋ ਰਿਹਾ। ਸੋ ਆਪਾਂ ਜਦੋਂ ਆਹ ਇਕੁਏਸ਼ਨਸ ਹੁੰਦੀਆਂ 'ਚ VX, UX, AX, T ਵਗੈਰਾ ਹੁੰਦਾ, ਅਸੀਂ ਇਹ ਸਾਰਾ ਡਾਟਾ ਇੱਥੇ ਨੋਟ ਕਰ ਲੈਂਦੇ ਹਾਂ। ਲੈਟ ਅਸ ਨੋਟ ਡਾਊਨ ਦਾ ਡਾਟਾ। ਸੋ ਇੱਥੇ ਜਿਹੜੀਆਂ ਇਨੀਸ਼ੀਅਲ ਸਪੀਡ ਹੋਇਆ ਕਰਦੀ ਆ U, ਫਾਈਨਲ ਸਪੀਡ ਹੋਇਆ ਕਰਦੀ ਆ V, ਟਾਈਮ ਹੁੰਦਾ ਵਾ, ਡਿਸਪਲੇਸਮੈਂਟ ਹੁੰਦੀ ਆ, ਅਤੇ ਇੱਕ ਐਕਸਲਰੇਸ਼ਨ ਹੁੰਦਾ। ਇੱਦਾਂ ਅਸੀਂ ਇੱਥੇ ਲਿਖ ਲੈਂਦੇ ਹਾਂ UVTSA। ਸੋ ਇਹ ਸਾਰਾ ਕੁਛ ਤਾਂ ਹੁੰਦਾ ਹੀ ਆ। ਸੋ U X ਡਾਇਰੈਕਸ਼ਨ ਵਾਲੇ ਸਾਰੇ, ਸੋ X ਵਾਲਿਆਂ ਦੇ ਵਿੱਚ ਪੈਰ 'ਚ X ਲਾ ਦੇਣਾ ਆਪਾਂ ਨੇ, ਟਾਈਮ ਸੇਮ ਹੀ ਰਹਿਣਾ ਸੀ। S ਨੂੰ ਇੱਥੇ ਅਸੀਂ X ਲਿਖਣਾ ਸ਼ੁਰੂ ਕਰਤਾ ਅਤੇ A ਦੇ ਪੈਰ 'ਚ X ਆ ਗਿਆ। ਦੈਨ ਵੀ ਰਾਈਟ UY VY, ਟਾਈਮ ਸੇਮ ਆ, ਇਹਨੂੰ Y ਲਿਖ ਲਿਆ ਆਪਾਂ S ਨੂੰ, ਅਤੇ ਇਹਨੂੰ Y ਲਿਖ ਲਿਆ। ਹੁਣ ਦੇਖੋ ਜਦੋਂ ਬੋਡੀ ਜਿਹੜੀ ਆ ਉਹ ਥੱਲੇ ਡਿੱਗੂਗੀ ਤਾਂ ਅਰਥ ਉਹਨੂੰ ਆਪਣੇ ਵੱਲ G ਐਕਸਲਰੇਸ਼ਨ ਨਾਲ ਖਿੱਚੂਗੀ ਥੱਲੇ ਨੂੰ। ਸੋ G ਐਕਸਲਰੇਸ਼ਨ ਆ, ਇਹਦਾ ਮਤਲਬ Y ਜਿਹੜਾ ਹੈਗਾ ਉਹ ਡਾਊਨਵਰਡ ਆ। ਸੋ ਡਾਊਨਵਰਡ ਵਿਲ ਵੀ ਨੈਗੇਟਿਵ, ਸੋ -G। ਸੋ Y ਜਿਹੜਾ ਹੈਗਾ ਵਾ ਉਹਦਾ ਕੋਆਰਡੀਨੇਟ ਆ, ਕਿਉਂਕਿ T ਟਾਈਮ ਆਪਾਂ ਕੰਸੀਡਰ ਕਰਦੇ ਪਏ, T ਟਾਈਮ ਬੀਤਿਆ ਤਾਂ ਇਹਦੇ ਕੋਆਰਡੀਨੇਟ ਨੈਗੇਟਿਵ Y ਆ। ਥੱਲੇ ਨੂੰ ਆਪਾਂ ਇੱਥੇ ਕੰਸੀਡਰ ਕਰ ਲਿਆ ਸੀ ਕਿ -Y ਆ। ਡਾਊਨਵਰਡ ਡਾਇਰੈਕਸ਼ਨ ਇਜ਼ ਆਲਵੇਜ਼ ਨੈਗੇਟਿਵ। ਇਸ ਲਈ ਮੈਂ ਉਹਨੂੰ ਜਿੱਦਾਂ ਆਪਾਂ ਵਰਤਦੇ ਹਾਂ ਉੱਦਾਂ ਹੀ ਲੈ ਰਿਹਾ ਵਾਂ, ਤਾਂ ਕਿ ਕਨਫਿਊਜ਼ਨ ਹੀ ਕ੍ਰੀਏਟ ਨਾ ਹੋਵੇ। ਕਿ ਆਪਾਂ ਉਹਨੂੰ ਥੱਲੇ ਸੁੱਟਿਆ UY, ਮਤਲਬ ਥੱਲੇ ਨੂੰ ਅਸੀਂ ਸੁੱਟਿਆ ਚੀਜ਼ ਨੂੰ, ਅਸੀਂ ਚੁੱਕ ਕੇ ਮਾਰੀ ਥੱਲੇ ਨੂੰ, ਅਸੀਂ ਤਾਂ ਥੱਲੇ ਸੁੱਟੀ ਨਹੀਂ, ਅਸੀਂ ਤਾਂ ਸਾਹਮਣੇ ਸੁੱਟੀ ਆ। ਇਹਦਾ ਮਤਲਬ ਥੱਲੇ ਨੂੰ ਆਪਾਂ ਸੁੱਟਿਆ ਹੀ ਨਹੀਂ, ਇਹ 0 ਆ। ਅਤੇ VY ਦੀ ਕੋਈ ਵੈਲਿਊ ਆਏਗੀ ਬਾਅਦ ਵਿੱਚ, ਕਿਉਂਕਿ ਥੱਲੇ ਨੂੰ ਡਿੱਗ ਰਹੀ ਆ। ਤਾਂ ਜਿੱਦਾਂ ਇਨੀਸ਼ੀਅਲੀ ਉਹ 0 ਸੀ, ਪਰ ਜਦੋਂ ਚੀਜ਼ ਡਿੱਗਣੀ ਸ਼ੁਰੂ ਹੋਊਗੀ ਇੱਥੋਂ 0 'ਤੇ ਆ, ਫਿਰ ਡਿੱਗਦੀ ਉਹਦੀ ਵੈਲੋਸਿਟੀ ਵੱਧਦੀ ਜਾਊਗੀ। ਇਹਦਾ ਮਤਲਬ VY ਵਿਲ ਹੈਵ ਸਮ ਵੈਲਿਊ ਐਂਡ ਆਈ ਵਿਲ ਰਾਈਟ ਏ ਕੁਐਸਚਨ ਮਾਰਕ ਯਾਰ, ਕਿ ਇਹ ਕੋਈ ਨਾ ਕੋਈ ਜਵਾਬ ਇਹਦਾ ਆਊਗਾ। ਹੁਣ UX ਕੀ ਸੀਗਾ, X ਡਾਇਰੈਕਸ਼ਨ 'ਚ ਅਸੀਂ ਇਹਨੂੰ ਅੱਗੇ ਨੂੰ ਸੁੱਟਿਆ, ਅੱਗੇ ਨੂੰ ਸਾਹਮਣੇ ਵਾਲੀ ਡਾਇਰੈਕਸ਼ਨ 'ਚ ਅਸੀਂ ਇਹਨੂੰ ਥਰੋ ਕੀਤਾ, ਕਿ U ਸਪੀਡ ਦੇ ਨਾਲ ਅਸੀਂ ਇਹਨੂੰ ਥਰੋ ਕੀਤਾ ਹੈਗਾ। ਸੋ U ਸਪੀਡ ਹੈ, ਸਾਹਮਣੇ ਇਹਨੂੰ ਸੁੱਟਿਆ U ਸਪੀਡ ਦੇ ਨਾਲ। ਸੋ ਉਹ ਜਿਹੜੀ U ਸਪੀਡ ਹੈਗੀ ਆ ਉਹ ਫਿਰ X ਡਾਇਰੈਕਸ਼ਨ ਉਹਦੀ ਸਪੀਡ ਹੋ ਗਈ। ਸੋ ਦੇਅਰਫੋਰ ਵੀ ਹੈਵ UX = U। ਸੋ ਡਾਟੇ ਨੂੰ ਸਮਝਣ ਦੀ ਲੋੜ ਆ। ਸੋ ਕਿਉਂਕਿ ਅਸੀਂ ਆਹ ਇਕੁਏਸ਼ਨਸ ਯੂਜ਼ ਕਰਨੀਆਂ ਆ। ਇੱਥੇ VX ਜਿਹੜੀ ਹੈਗੀ ਆ ਉਹ ਸਾਹਮਣੇ ਨੂੰ ਸੁੱਟਿਆ ਹੈਗਾ, ਓਬਵੀਅਸਲੀ ਉਹਦੇ ਵੀ ਕੋਈ ਨਾ ਕੋਈ ਜਵਾਬ ਆਊਗਾ, ਬਾਅਦ 'ਚੋਂ ਦੇਖਦੇ ਹਾਂ ਕਿੰਨਾ ਜਵਾਬ ਆਊਗਾ। ਲੈਟ ਅਸ ਹੈਵ ਏ ਕੁਐਸਚਨ ਮਾਰਕ ਹੇਅਰ। ਟਾਈਮ ਉਹਨੂੰ ਸੇਮ ਹੀ ਲੱਗਣਾ ਹੈਗਾ, P ਪੁਆਇੰਟ 'ਤੇ ਆਪਾਂ ਗੱਲ ਕਰਦੇ ਪਏ ਹਾਂ। ਸੋ ਵੀ ਆਰ ਟਾਕਿੰਗ ਐਟ ਦਿਸ ਪੁਆਇੰਟ P, ਜਦੋਂ ਕਿ T ਟਾਈਮ ਬੀਤ ਚੁੱਕਾ। ਸੋ X ਦਾ ਵੀ T ਟਾਈਮ ਲੱਗਾ, Y ਦਾ ਵੀ T ਟਾਈਮ ਲੱਗਾ, ਤਾਂ ਉਹਨਾਂ ਨੂੰ T ਟਾਈਮ ਹੀ ਲੱਗਣਾ। X ਡਾਇਰੈਕਸ਼ਨ ਵਿੱਚ ਆਪਾਂ ਗਏ ਹਾਂ ਅਤੇ X ਦੀ ਵੈਲਿਊ X ਹੀ ਹੈਗੀ ਆ, ਅਤੇ AX ਦੀ ਵੈਲਿਊ ਆਪਾਂ ਉਹਨੂੰ ਐਕਸਲਰੇਟ ਕੀਤਾ ਸਾਹਮਣੇ ਨੂੰ। ਅਸੀਂ ਉਹਦੇ ਪਿੱਛੇ ਕੋਈ ਇਹੋ ਜਿਹੀ ਕੋਈ ਮਸ਼ੀਨ ਨਹੀਂ ਲਾਈ ਵੀ ਤੂੰ ਐਕਸਲਰੇਟ ਹੋਈ ਜਾ, ਅਸੀਂ ਬਸ ਸੁੱਟਤਾ ਅਤੇ ਆਰਾਮ ਨਾਲ ਬਹਿ ਗਏ। ਇਹਦੇ ਵਿੱਚ ਐਕਸਲਰੇਸ਼ਨ ਉੱਥੇ ਕੋਈ ਨਹੀਂ ਹੈਗੀ। ਸੋ ਇਹ ਸਾਰਾ ਡਾਟਾ ਸਾਡੇ ਕੋਲ ਜਿਹੜਾ ਅਵੇਲੇਬਲ ਹੈਗਾ। ਹੁਣ ਇਹ ਸਾਰੇ ਡਾਟੇ ਨੂੰ ਅਸੀਂ ਜੇ ਕਰੀਏ, ਹਿਸਾਬ ਕਿਤਾਬ ਲਈਏ, ਤਾਂ ਅਸੀਂ ਕਿਹੜੀ ਇਕੁਏਸ਼ਨ ਯੂਜ਼ ਕਰਦੇ ਹਾਂ। ਲੈਟ ਅਸ ਯੂਜ਼ ਦਿਸ ਸੈਕਿੰਡ ਇਕੁਏਸ਼ਨ। ਸੋ ਸੈਕਿੰਡ ਇਕੁਏਸ਼ਨ ਆਪਾਂ ਯੂਜ਼ ਕਰਦੇ ਹਾਂ X ਵਾਲੇ ਪਾਸੇ। X ਵਾਲੇ ਪਾਸੇ ਜਦੋਂ ਅਸੀਂ X = UXT + ½ AXT² ਯੂਜ਼ ਕਰਦੇ ਹਾਂ, ਇੱਧਰਲੇ ਪਾਸੇ ਅਸੀਂ Y = UYT + ½ AYT² ਇਕੁਏਸ਼ਨ ਯੂਜ਼ ਕਰਦੇ ਹਾਂ। ਸੋ ਲੈਟ ਅਸ ਪੁੱਟ ਦਾ ਵੈਲਿਊਜ਼। X is X,
ux is u, t is t, and ax is 0. So because ax is 0, so this whole term will become 0, so there is no need to write anything else. So we have only x is equal to u into t. So then a वाले पासे y ਦੀ ਵੈਲਿਊ ਆਪਾਂ ਦੇਖਦੇ ਹਾਂ y is minus y ਐਂਡ uy ਦੀ ਵੈਲਿਊ ਜਿਹੜੀ ਆ ਉਹ 0 ਹੈਗੀ ਆ। ਸੋ 0 ਪਲੱਸ ਹਾਫ ay ਦੀ ਵੈਲਿਊ ਮਾਈਨਸ g ਹੈਗੀ ਆ, ਮਾਈਨਸ g ਇੰਟੂ ਟੀ ਸਕੇਅਰ। So from here we get y is equal to minus ਤੇ minus cancel ਹੋ ਜਾਣਗੇ। So we get 1/2 gt square and here we get x is equal to ut. So एक अपने को रिलेशन आ गया, एक अपने को रिलेशन आ गया। So now if I say this is number 1, this is number 2, so from 1 we can find time and put in 2. So from 1 put t in 2. So t ਦੀ ਵੈਲਿਊ ਜਿਹੜੀ ਆ ਉਹ 2 ਚ ਭਰ ਦਿੰਦੇ ਆ। ਇੱਥੋਂ t ਦੀ ਵੈਲਿਊ ਕਿੰਨੀ ਆਊਗੀ x ਓਵਰ u। ਸੋ t ਕਿੰਨਾ ਆਊਗਾ ਆਪਣੇ ਕੋਲ, ਸੋ ਫਰੋਮ 1 ਸੋ ਵੀ ਗੈਟ t ਇਜ਼ ਇਕੁਅਲ ਟੂ x ਓਵਰ u। ਸੋ ਇਹ ਵਾਲੀ ਜਿਹੜੀ ਵੈਲਿਊ x ਓਵਰ u ਆ ਉਹਨੂੰ ਅਸੀਂ ਆਹ ਵਾਲੇ t ਦੀ ਜਗ੍ਹਾ ਤੇ ਭਰ ਦਾਂਗੇ। ਸੋ ਵੀ ਗੈਟ y ਇਜ਼ ਇਕੁਅਲ ਟੂ 1/2 g, t ਦੀ ਜਗ੍ਹਾ ਤੇ ਆਪਣੇ ਕੋਲ ਆ ਗਿਆ x ਓਵਰ u। So this is equal to g over square, so g over 2 u square into x square. Now this thing is a constant, so g over 2 u square is a constant. So this is a x square and this is y square. So we know when y and x square have a relation, the relation will become a parabola. So ਜਿਹਦਾ ਜਿਹੜਾ ਗ੍ਰਾਫ ਬਣਦਾ ਹੁੰਦਾ ਉਹ ਪੈਰਾਬੋਲਾ ਹੁੰਦਾ ਹੈਗਾ। ਸੋ ਦੇਅਰਫੋਰ ਇਹਦੇ ਵਿੱਚ ਪੈਰਾਬੋਲਾ ਬਣੂਗਾ। ਸੋ ਟਰਜੈਕਟਰੀ ਇਜ਼ ਏ ਪੈਰਾਬੋਲਾ। ਸੋ ਇੱਥੋਂ ਆਪਾਂ ਨੂੰ ਇਹ ਪਤਾ ਲੱਗ ਗਿਆ ਕਿ ਟਰਜੈਕਟਰੀ ਇਜ਼ ਏ ਪੈਰਾਬੋਲਾ। ਸੋ ਇਹਦਾ ਇੱਥੇ ਮੈਥਮੈਟਿਕਸ ਆ। ਸੋ ਟਰਜੈਕਟਰੀ ਦਾ ਅਸੀਂ ਇੱਥੋਂ ਹਿਸਾਬ ਲਾ ਲਿਆ ਹੈਗਾ। ਸੋ ਦੈਨ ਵੀ ਡੂ ਇਨ ਨੈਕਸਟ ਵੀਡੀਓ। ਥੈਂਕ ਯੂ।